ਬਿੱਟੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ, ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਮਾਝ ਅਸ਼ਟਪਦੀਆਂ ਮਹੱਲਾ ਪਹਿਲਾ। ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਬਦ ਰੰਗਾਏ ਹੁਕਮ ਸਬਾਏ, ਸੱਚੀ ਦਰਗਹ ਮਹਿਲ ਬੁਲਾਏ। ਸੱਚੇ ਦੀਨ ਦਿਆਲ ਮੇਰੇ ਸਾਹਿਬਾ, ਸੱਚੇ ਮਨ ਪਤੀ ਆਵਨਿਆ। ਹਾਂ ਵਾਰੀ ਜੀਓ ਵਾਰੀ ਸ਼ਬਦ ਸੁਹਾਵਨਿਆ। ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਗੁਰਮਤਿ ਮਨ ਵਸਾਵਨਿਆ। ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਗੁਰਮਤਿ ਮਨ ਵਸਾਵਨਿਆ। ਰਹਾਉ। ਵਾਹਿਗੁਰੂ। ਇਹ ਪਵਿੱਤਰ ਵਚਨ ਪੰਜਵੇਂ ਪਾਤਸ਼ਾਹ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਚਾਰਨ ਕੀਤੇ ਹੋਏ ਰਾਗ ਮਾਝ ਦੇ ਅੰਗ 109 ਤੋਂ ਆਰੰਭ ਹੁੰਦੇ ਹਨ। ਪਿੱਛੇ ਆਪਾਂ ਰਾਗ ਮਾਝ ਦੀ ਬਾਣੀ 'ਚ ਪੰਜਵੇਂ ਪਾਤਸ਼ਾਹ ਜੀ ਦੇ ਪਵਿੱਤਰ ਸ਼ਬਦ ਸਰਵਣ ਕਰ ਰਹੇ ਸੀ ਔਰ ਅੱਜ ਆਰੰਭ ਕਰਦੇ ਹਾਂ ਬਾਣੀ ਜੋ ਆਰੰਭ ਹੁੰਦੀ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਸ਼ਟਪਦੀਆਂ ਦੇ ਰੂਪ ਦੇ ਵਿੱਚ, ਭਾਵ ਇੱਕ ਇੱਕ ਸ਼ਬਦ ਦੇ 8-8 ਪਦੇ ਹਨ ਔਰ ਸਤਿਗੁਰਾਂ ਨੇ ਇਸ ਪਵਿੱਤਰ ਬਾਣੀ ਨੂੰ ਪਹਿਲੇ ਘਰ ਵਿੱਚ ਗਾਉਣ ਦੀ ਤਾਕੀਦ ਕੀਤੀ ਹੈ ਰਾਗੀ ਸਿੰਘਾਂ ਲਈ। ਦੱਸਦੇ ਹੈ ਕਿ ਇਹ ਪਵਿੱਤਰ ਸ਼ਬਦ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਪਰਮੇਸ਼ਰ ਦਾ ਨਾਮ ਕਿੰਨਾ ਕੁ ਮਿੱਠਾ ਹੈ। ਤੇ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਉੱਤਰ ਪ੍ਰਦੇਸ਼ ਵਿੱਚ ਯੂਪੀ ਦੇ ਵਿੱਚ ਗੁਰਦੁਆਰਾ ਸਾਹਿਬ ਰੀਠਾ ਸਾਹਿਬ, ਜਿੱਥੇ ਜਾ ਕੇ ਜੋਗੀਆਂ ਨੂੰ ਸਮਤ ਬਖਸ਼ੀ, ਜੋਗੀਆਂ ਨੂੰ ਸਿੱਧਾਂ ਨੂੰ ਤਾਰਨਾ ਕੀਤਾ, ਪਰਮੇਸ਼ਰ ਨਾਲ ਜੋੜਨਾ ਕੀਤਾ। ਭਾਵੇਂ ਕਿ ਉਹਨਾਂ ਦੇ ਸੋਚ ਮੁਤਾਬਕ ਉਹ ਆਪਣੇ ਗੋਰਖਨਾਥ ਦੇ ਚੇਲੇ ਹੀ ਬਣੇ ਰਹੇ ਅੱਗੇ ਚੱਲ ਕੇ। ਤੇ ਜਿਸ ਵੇਲੇ ਭਾਈ ਮਰਦਾਨਾ ਜੀ ਅਤੇ ਜੋਗੀ ਬੈਠੇ ਹਨ, ਉਸ ਵੇਲੇ ਉੱਥੇ ਗੱਲ ਚੱਲੀ। ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਭੁੱਖ ਲੱਗੀ ਆ, ਕੋਈ ਛਕਣ ਛਕਾਉਣ ਦੀ ਗੱਲ ਕਰੋ। ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ ਇਹ ਫਲ ਲੱਗੇ ਆ, ਫਲ ਛਕ ਲੈ। ਮਹਾਰਾਜ ਜੀ ਤਾਂ ਕੌੜੇ ਹੁੰਦੇ ਆ। ਪਾਤਸ਼ਾਹ ਕਹਿਣ ਲੱਗੇ ਨਹੀਂ ਮਰਦਾਨਿਆਂ, ਪਰਮੇਸ਼ਰ ਦਾ ਨਾਮ ਬੜਾ ਮਿੱਠਾ ਹੈ, ਇਹਨਾਂ ਨੂੰ ਵੀ ਮਿੱਠੇ ਕਰ ਸਕਦਾ। ਤਾਂ ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਕਹਿੰਦੇ ਆਪਣੀ ਕਿਰਪਾ ਦ੍ਰਿਸ਼ਟੀ ਉਸ ਰੀਠਿਆਂ ਦੇ ਦਰਖਤ 'ਤੇ ਪਾਈ। ਰੀਠਿਆਂ ਦਾ ਦਰਖਤ ਸੀਗਾ
ਜਿਸ ਨੂੰ ਰੀਠੇ ਲੱਗੇ ਹੋਏ ਸਨ। ਆਮ ਰੀਠੇ ਫਿੱਕੇ ਜਾਂ ਕੌੜੇ ਹੁੰਦੇ ਆ। ਹੁਣ ਉੱਥੇ ਜੋਗੀਆਂ ਦਾ ਬੋਲਬਾਲਾ ਹੈ। ਇਹਨਾਂ ਜੋਗੀਆਂ ਨੇ ਇੱਕ ਦਿਨ ਤਾਂ ਪਿੰਡ ਵਾਲਿਆਂ ਨੂੰ ਵੀ ਕਹਿ ਦਿੱਤਾ ਕਿ ਇਹਨਾਂ ਨੂੰ ਦੁੱਧ ਨਹੀਂ ਦੇਣਾ, ਆਪਣੇ ਨਗਰ 'ਚੋਂ ਕੋਈ ਦੁੱਧ ਨਾ ਦੇਵੇ। ਤੇ ਜਦ ਪਿੰਡ ਵਿੱਚੋਂ ਕਿਸੇ ਨੇ ਕਹਿੰਦੇ ਦੁੱਧ ਨਾ ਦਿੱਤਾ ਛਕਣ ਵਾਸਤੇ, ਭਾਈ ਮਰਦਾਨਾ ਜੀ ਕਹਿਣ ਲੱਗੇ ਭੁੱਖ ਲੱਗੀ ਆ ਮਹਾਰਾਜ, ਅੱਜ ਨਗਰ 'ਚੋਂ ਸਮੁੰਦਰ ਵੀ ਨਹੀਂ ਮਿਲਿਆ। ਕਹਿਣ ਲੱਗੇ ਵੀ ਇੱਦਾਂ ਕਰੋ, ਇਹ ਖੂਹ ਦੇ ਵਿੱਚ ਦੁੱਧ ਹੀ ਹੈ, ਇਹ 'ਚੋਂ ਕੱਢ ਲਾ ਗੜਵਾ ਮਾਰ ਕੇ। ਜਦੋਂ ਕਹਿੰਦੇ ਭਾਈ ਮਰਦਾਨੇ ਨੇ ਰੱਸੀ ਬੰਨ੍ਹ ਕੇ ਗੜਵਾ ਵਗਾਇਆ, ਭਰ ਕੇ ਬਾਹਰ ਕੱਢਿਆ ਤੇ ਉਹਦੇ ਵਿੱਚ ਦੁੱਧ ਆ ਗਿਆ। ਅੱਜ ਵੀ ਉਸ ਖੂਹ ਦਾ ਪਾਣੀ ਜਿਹੜਾ ਹੈ ਦੁੱਧ ਨਾਲ ਮਿਕਸ ਜਿਹਾ ਹੋਇਆ ਲੱਗਦਾ, ਚਿੱਟੇ ਰੰਗ ਦਾ। ਤੋ ਕਹਿਣ ਤੋਂ ਭਾਵ ਹੈ ਕਿ ਪਰਮੇਸ਼ਰ ਦੇ ਨਾਮ ਦੇ ਵਿੱਚ ਬੜੀਆਂ ਬਰਕਤਾਂ ਹੈ, ਬਹੁਤ ਕੁਝ ਹੈ ਪਰਮੇਸ਼ਰ ਦੇ ਨਾਮ ਦੇ ਵਿੱਚ। ਤਾਂ ਉਹ ਮਿੱਠੇ ਫਲ ਕਹਿੰਦੇ ਭਾਈ ਮਰਦਾਨੇ ਨੇ ਵੀ ਛਕੇ, ਬੜਾ ਪ੍ਰਸੰਨ ਹੋਇਆ। ਜੋਗੀਆਂ ਨੇ ਵੀ ਖਾਧੇ, ਸੰਗਤਾਂ ਨੇ ਵੀ ਛਕੇ, ਜਿੰਨੀਆਂ ਕੋਠੇ ਕੋਲ ਬੈਠੀਆਂ ਸਨ। ਤਾਂ ਗੁਰੂ ਪਿਆਰਿਓ, ਸਮਾਂ ਆਉਣ 'ਤੇ ਉਹ ਦਰੱਖਤ ਦਾ ਇੱਕ ਪਾਸਾ ਟੁੱਟ ਗਿਆ, ਇੱਕ ਪਾਸਾ ਸੀਗਾ। ਜੋਗੀਆਂ ਦੇ ਸਮੇਂ ਉਹ ਦੋ ਸਾਈਡਾਂ ਸਨ ਉਸ ਦੀਆਂ। ਇੱਕ ਦਿਨ ਬਾਬਾ ਜੀ ਨੇ ਛਕਾ ਦਿੱਤੇ ਤੇ ਦੂਜੇ ਦਿਨ ਜੋਗੀ ਕਹਿਣ ਲੱਗੇ ਮਹਾਰਾਜ ਅੱਜ ਅਸੀਂ ਤੁਹਾਨੂੰ ਫਲ ਛਕਾਉਣੇ। ਰੀਸ ਕੀਤੀ, ਰੀਸਾਂ ਕਰੇ ਤਨਾੜੀਆਂ ਜੋ ਸੇਵੈ ਦਰ ਖੜੀਆਂ। ਉਹ ਜਿਹੜੇ ਦੋ ਟਾਹਣ ਸੀ ਨਾ ਦਰਖਤ ਦੇ, ਜਿਹੜੇ ਪਾਸੇ ਬਾਬੇ ਨੇ ਦ੍ਰਿਸ਼ਟੀ ਪਾਈ ਸੀ ਉਹ ਟਾਹਣ ਸਾਰਾ ਮਿੱਠਾ ਹੋ ਗਿਆ। ਤੇ ਦੂਜੇ ਪਾਸੇ ਜੋਗੀਆਂ ਨੇ ਰੀਸ ਕਰਦੇ ਹੋਏ ਕਹਿੰਦੇ ਇੱਧਰੋਂ ਤੋੜੋ, ਇਸ ਪਾਸੇ ਵੀ ਮਿੱਠੇ ਨਾ। ਜਾਂ ਦੂਜੇ ਪਾਸਿਓਂ ਤੋੜੇ ਗਏ ਉਹ ਫਿੱਕੇ ਜਾਂ ਕੌੜੇ। ਤਾਂ ਉਸ ਵੇਲੇ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ, ਇਹ ਤੁਹਾਡੀ ਦਾਤ ਹਮੇਸ਼ਾ ਹੀ ਦੁਨੀਆ ਵਿੱਚ ਯਾਦਗਾਰ ਦੇ ਰੂਪ 'ਚ ਰਹਿਣੀ ਚਾਹੀਦੀ ਆ। ਸਮਾਂ ਆਉਣ 'ਤੇ ਉਹ ਟਾਹਣਾ ਜਿਹੜਾ ਜੋਗੀਆਂ ਵਾਲੇ ਪਾਸੇ ਸੀਗਾ ਉਹ ਟੁੱਟ ਗਿਆ। ਇੱਕ ਟਾਹਣ ਕਾਫੀ ਸਮਾਂ ਰਿਹਾ, ਇੱਕ ਸਦੀ ਤੱਕ, ਭਾਵ ਕੋਈ 100 ਸਾਲ ਸੰਗਤ ਉਸ ਰੀਠੇ ਤੋਂ ਪ੍ਰਸ਼ਾਦ ਲੈਂਦੀ ਰਹੀ, ਭਾਵ ਉਹਦੇ ਫਲ ਛਕਦੀ ਰਹੀ। ਸਮਾਂ ਆਉਣ 'ਤੇ ਉਹ ਰੀਠੇ ਦਾ ਦਰਖਤ ਸਮਾਪਤ ਹੋ ਗਿਆ। ਪਰ ਕਹਿੰਦੇ ਜਿਹੜੇ ਮਰਦਾਨੇ ਨੇ ਰੀਠੇ ਖਾ ਕੇ ਗਿਟਕਾਂ ਸਿੱਟੀਆਂ ਸਨ, ਉਹ ਗਿਟਕਾਂ ਉੱਗ ਰਹੀਆਂ ਤੇ ਉਹਨਾਂ ਦਰਖਤਾਂ ਨੂੰ ਵੀ ਮਿੱਠੇ ਰੀਠੇ ਲੱਗਦੇ ਆ। ਤੋ ਇਸ ਤਰ੍ਹਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇਹ ਯਾਦਗਾਰ ਗੁਰਦੁਆਰਾ ਸਾਹਿਬ ਨਾਨਕ ਮੱਤਾ ਯੂਪੀ ਦੇ ਵਿੱਚ ਸੁਭਾਏਮਾਨ ਹੈ, ਜਿੱਥੇ ਕਿ ਉਸ ਤੋਂ ਬਾਅਦ ਫਿਰ ਜੋਗੀਆਂ ਨੇ ਬੇਅਦਬੀ ਕੀਤੀ। ਜਿਸ ਪਿੱਪਲ ਦੇ ਹੇਠਾਂ ਧੰਨ ਗੁਰੂ ਨਾਨਕ ਦੇਵ ਜੀ ਬੈਠੇ ਸਨ ਜਾ ਕੇ, ਕੁਝ ਸਮੇਂ ਬਾਅਦ ਜੋਗੀਆਂ ਨੇ ਉੱਥੇ ਫਿਰ ਕਬਜ਼ਾ ਕਰ ਲਿਆ ਤੇ ਉੱਥੇ ਬੈਠੇ ਸਿੱਖ ਨੂੰ ਜਿਹੜਾ ਸੀਗਾ ਉਹਨਾਂ ਨੇ ਲੜਾਈ ਸ਼ੁਰੂ ਕੀਤੀ ਭਜਾਉਣ ਵਾਸਤੇ। ਉਹ ਸਿੱਖ ਨੇ ਅਰਦਾਸਾਂ ਬੇਨਤੀਆਂ ਕੀਤੀਆਂ। ਬਜ਼ੁਰਗ ਨੇ ਮਹਾਰਾਜ ਮੈਥੋਂ ਹੀ ਲੋਟ ਨਹੀਂ ਆਉਂਦੇ, ਇਹ ਕੰਨ ਪਾਟੇ, ਤੁਸੀਂ ਇਹਨਾਂ ਨੂੰ ਸਮਝਾਓ। ਉਸ ਵੇਲੇ 6ਵੇਂ ਪਾਤਸ਼ਾਹ ਜੀ ਦਾ ਸਮਾਂ ਸੀਗਾ। ਉਹਨਾਂ ਜੋਗੀਆਂ ਨੇ ਲੜਨਾ, ਉਹਨੇ ਕਹਿਣ ਲੱਗਿਆ ਸਾਡੀ ਇੱਥੇ ਨਿਸ਼ਾਨੀ ਆ। ਜੋਗੀ ਕਹਿੰਦੇ ਸਾਡਾ ਇਹ ਗੋਰਖ ਮੱਤਾ ਹੈ। ਸਿੱਖ ਨੇ ਕਹਿਣਾ ਕਿ ਇਹ ਨਾਨਕ ਮੱਤਾ ਹੈ, ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪਏ ਹਨ। ਤੁਹਾਡੇ ਵੱਡੇ ਜੋਗੀਆਂ ਨਾਲ ਉਹਨਾਂ ਦੀ ਚਰਚਾ ਹੋਈ ਆ, ਕੀ ਨਿਸ਼ਾਨੀ ਆ ਉਹਨਾਂ ਦੀ? ਕਹਿੰਦੇ ਆ ਦੇਖੋ ਆ ਪਿੱਪਲ ਹੇਠਾਂ ਆ ਕੇ ਬੈਠੇ ਸਨ, ਰੀਠੇ ਮਿੱਠੇ ਕੀਤੇ ਸੀ, ਕਿੰਨੀਆਂ ਨਿਸ਼ਾਨੀਆਂ ਉਹਨਾਂ ਦੀਆਂ। ਤਾਂ ਗੁਰੂ ਪਿਆਰਿਓ, ਇਹਨਾਂ ਕੱਟ ਪਾਟਿਆਂ ਜੋਗੀਆਂ ਨੇ ਉਸ ਪਿੱਪਲ ਨੂੰ ਅੱਗ ਲਾ ਦਿੱਤੀ ਸੀ, ਜਿਸ ਨੂੰ ਦੁਬਾਰਾ ਜਾ ਕਰਕੇ ਹਰਗੋਬਿੰਦ ਸਾਹਿਬ ਜੀ ਨੇ ਹਰਾ ਕੀਤਾ। ਚੰਦਨ ਰਗੜ ਕੇ ਉਸ ਦਾ ਘੋਲ ਬਣਾ ਕੇ, ਕਿ ਉਹ ਚੰਦਨ ਦੇ ਜਦ ਛਿੱਟੇ ਮਾਰੇ
कि वो दरख्त दुबारे हरा हो गया। अज तक भी उस पिपल का जिहड़ा नवां पत्ता निकलदा वो ते चंदन के छिट्टे लगे हुंदे आ लाल रंग के। भाव ये यादगार अज भी उत्थे सुभाएमान है गुरुद्वारा नानक मता साहब। ये विचारां सतगुर ने उत्थे उचारण कीतियां जो शब्द आपां अज सरवण करांगे। भाई मरदाना कहन लगे महाराज परमात्मा की दरगाह अंदर कौन प्रवान हुंदा है, किनू उत्थे थां मिलता है। धन गुरु नानक देव जी ने फिर ये शब्द भी उचारण किया उत्थे संगतां नूं, भाई मरदाना जी होरां नूं संबोधन करते हुए। राग माज अष्टपदियाँ महला पहला घर पहला एक ओंकार सतगुर प्रसाद। राग माज है 8 पदियां दे शब्द हैं। पहले पातशाह जी दे रागियां नूं पहले घर विच गाउण दा हुक्म है। पहला मंगलाचरण करते हैं परमेश्वर की सिफत। एक ओंकार परमेश्वर एक है, सृष्टि दे विच रमिया होया है, जो अद्विती है, जिहदे वर्गी होर कोई सुंदरता नहीं रखता। सतगुर प्रसाद ऐसे परमेश्वर नूं गुरु की कृपा दे नाल प्राप्त किया जा सकता है। शब्द रंगाए हुक्म सबाए। भाई मरदाना जी नूं समझ करके पातशाह कहने जिहड़े परमेश्वर के रंग विच रंगे हुए हैं, जिहड़े परमेश्वर के रंग विच रंगे हुए हैं और सबाए सारा संसार भावें के परमेश्वर का भेजिया है। हुक्म सबाए हुक्म है अंदर सब को, बाहर हुक्म ना कोय। ये जीव जंतु 84 लाख जून दे जिन्हों परमेश्वर ने हुक्म के नाल साजना किया है। पर इन्हां विचों प्रवान किहड़े हुंदे आ, क्योंकि सारे तो प्रवान नहीं हुंदे। तो पातशाह जी नूं भाई मरदाना जी कहते फिर इन्हां विचों प्रवान किहनूं करदा है परमेश्वर। अपनी दरगाह विच किस नूं बुलाउंदा है। ते सतगुरु पातशाह जी कहते भाई मरदाना जी उत्थे वो प्रवान हुंदे आ जिहड़े उहदे रंग विच रंगे हुंदे आ। रंग रतड़े लाल रंग तिसको लगा जिसकै वडभागा। मैला कदे न होवी न लागै दागा। उन्हां रंग रतड़ियां नूं जो परमेश्वर के रंग विच रंगे हुंदे आ, मस्त हुंदे आ। साची दरगह महल बुलाए। उन्हां नूं परमेश्वर अपने महलों विच बुलाउंदा है। वैसे वो किसी नाल ईरखा नहीं करता, वो तो सब नूं कहंदा है मेरे रंग लो परमेश्वर का नाम का रंग चढ़ाओ अपनी आत्मा ते आ जाओ मेरे कोल। गुरु तो कृपा लो तुम घर आवो मेरे मीत। तुमरे दोखी हर आप निवारे अपदा भई बतीत। तुहाडा दुखां दा समा जिहड़ा है वो समाप्त हो गया ते हुण तुसीं घरे आ जाओ। अकाल पुरख तां आवाज़ां मारदा है, इस करके सतगुरु पातशाह जी बख्शिश करते हैं कि दरगाह दे विच ओह किस नूं प्रवान करदा है। वो कौन है जिन्हां नूं दरगाह विच झिड़किया नहीं जाता। रे रे दरगाह कहे न को आओ बैठ आदर शुभ देओ। उत्थे किस नूं जी आया नूं कहा जाता है। उस दरगाह दे विच जिहड़े नाम के रंग विच रंगे हुए है, जदों वो रूहां कहने परमेश्वर की दरगाह विच पहुँचदियां तो उत्थे जिन्ने भी बैठे हुंदे आ नाम जपण वाले सारे जी आओ जी आओ जी आया नूं कहंदे आ। रे रे दरगह कहे न को आओ बैठ आदर शुभ देव। जिस तरह असी सतसंगी नूं
ਗੁਰੂ ਘਰ ਆਉਣ 'ਤੇ ਜੀ ਆਇਆਂ ਕਹਿੰਦੇ ਹਾਂ। ਇਸੇ ਤਰ੍ਹਾਂ ਹੀ ਪਰਮੇਸ਼ਰ ਦੀ ਦਰਗਾਹ ਵਿੱਚ ਕਿਹਨੂੰ ਬੁਲਾਇਆ ਜਾਂਦਾ ਹੈ, ਕਿਹਨੂੰ ਜੀ ਆਇਆਂ ਕਿਹਾ ਜਾਂਦਾ ਹੈ? ਜਿਹੜੇ ਉਸ ਦੇ ਰੰਗ ਵਿੱਚ ਰੰਗੇ ਹੋਏ ਹਨ, ਆਪਣੇ ਸਰੂਪ ਰੂਪੀ ਮਹਿਲ ਵਿੱਚ ਪ੍ਰਾਪਤੀ ਕਰਵਾ ਦਿੰਦੇ ਹਨ ਗੁਰੂ। ਉਹ ਨਿਜ ਸਰੂਪ ਦੇ ਵਿੱਚ ਸਮਾ ਜਾਂਦੇ ਆ, ਆਪਣੇ ਆਪੇ ਨਾਲ ਜੁੜ ਜਾਂਦੇ ਹਨ। ਜਿਹੜੇ ਸਿੱਖ ਹੁਕਮ ਵਿੱਚ ਚੱਲਦੇ ਹਨ ਉਹਨਾਂ ਨੂੰ ਤੁਰੀਆ ਗੁਣ ਪ੍ਰਾਪਤ ਹੋ ਜਾਂਦਾ ਹੈ। ਉਹ ਸਰੂਪ ਰੂਪੀ ਮਹਿਲ ਵਿੱਚ ਚਲੇ ਜਾਂਦੇ ਹਨ। ਉਹ ਦਸਵੇਂ ਦੁਆਰ ਵਿੱਚ ਵਸਣਾ ਕਰਦੇ ਹਨ। ਜਿਉਂਦੇ ਹੋਏ ਤੇ ਸਰੀਰ ਛੱਡ ਕੇ ਪਰਮੇਸ਼ਰ ਵਿੱਚ ਮਿਲ ਜਾਂਦੇ ਆ, ਆਵਾਗਾਉਣ ਦੇ ਚੱਕਰ ਵੱਲ ਨਹੀਂ ਜਾਂਦੇ। ਇਸ ਤਰ੍ਹਾਂ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜਿਹੜਾ ਹੈ, ਸਿੱਖੋ ਭਾਈ ਮਰਦਾਨਾ ਜੀ ਨੂੰ ਸੰਬੋਧਨ ਕਰਕੇ ਬਾਬਾ ਜੀ ਕਹਿੰਦੇ ਸਿੱਖਾ, ਉਹ ਪਰਮੇਸ਼ਰ ਉਹਨਾਂ ਨੂੰ ਆਪਣੇ ਮਹਿਲ ਵਿੱਚ ਬੁਲਾ ਲੈਂਦਾ ਹੈ। ਸੱਚੇ ਦੀਨ ਦਿਆਲ ਮੇਰੇ ਸਾਹਿਬਾ, ਉਹ ਗਰੀਬਾਂ ਦਾ ਮਿੱਤਰ, ਗਰੀਬਾਂ 'ਤੇ ਦਇਆ ਕਰਨ ਵਾਲਾ ਉਹ ਮਾਲਕ ਜਿਹੜਾ ਹੈ, ਸੱਚੇ ਮਨ ਪਤੀ ਆਵਣਿਆ, ਉਹ ਖੁਸ਼ ਹੁੰਦਾ ਹੈ ਸੱਚ ਦੇ ਨਾਲ ਜੁੜ ਕੇ। ਜਦੋਂ ਮਨ ਕਰਕੇ ਕੋਈ ਪਰਮੇਸ਼ਰ ਦੇ ਸੱਚੇ ਨਾਮ ਨੂੰ ਸਰਵਣ ਕਰਦਾ ਹੈ, ਮੰਨਣਾ ਕਰਦਾ ਹੈ, ਨਿਧਿਆਸਨ ਕਰਦਾ ਹੈ, ਉਹਨਾਂ ਦਾ ਮਨ ਤੇਰੇ ਸੱਚੇ ਸਰੂਪ ਵਿੱਚ ਲੱਗ ਜਾਂਦਾ, ਪਤੀਤ ਜਾਂਦਾ, ਅਤੇ ਉਹਨਾਂ ਉੱਪਰ ਵਾਹਿਗੁਰੂ ਦਾ ਪਰਮੇਸ਼ਰ ਜਿਹੜਾ ਹੈ ਉਹ ਵੀ ਖੁਸ਼ ਹੋ ਜਾਂਦਾ ਹੈ। ਪਤੀ ਆਵਣਿਆ ਨਾਮ ਜਪਣ ਵਾਲਿਆਂ ਨੂੰ ਪ੍ਰਤੀਤ ਆ ਜਾਂਦੀ ਹੈ, ਅਤੇ ਪਰਮੇਸ਼ਰ ਵੀ ਉਹਨਾਂ 'ਤੇ ਪ੍ਰਤੀਤ ਕਰਦਾ। ਅਤੇ ਜਿਨ੍ਹਾਂ ਨੂੰ ਨਹੀਂ ਪ੍ਰਤੀਤ ਆਈ ਉਹਨਾਂ ਦੇ ਬਾਰੇ ਵੀ ਲਿਖਿਆ, ਸਤਿਗੁਰ ਕੀ ਪ੍ਰਤੀਤ ਨ ਆਈਆ, ਸ਼ਬਦ ਨਾ ਲਾਗੋ ਭਾਉ। ਨਾ ਗੁਰੂ 'ਤੇ ਭਰੋਸਾ ਕਰਦੇ ਹੈ, ਨਾ ਸ਼ਬਦ ਨਾਲ ਪਿਆਰ ਕਰਦੇ ਹੈ। ਉਸ ਨੂੰ ਸੁੱਖ ਨਾ ਉਪਜੈ, 100 ਗੇੜਾ ਆਓ ਜਾਓ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸੱਚੇ ਦੀਨ ਦਿਆਲ ਮੇਰੇ ਸਾਹਿਬਾ, ਸੱਚੇ ਮਨ ਪਤੀ ਆਵਣਿਆ। ਹੇ ਗਰੀਬਾਂ 'ਤੇ ਦਇਆ ਕਰਨ ਵਾਲੇ ਮੇਰੇ ਮਾਲਕਾ, ਜਿਹੜੇ ਸੱਚ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਤੂੰ ਆਪਣੇ ਹਿਰਦੇ ਵਿੱਚ ਵਾਸਾ ਦਿੰਦਾ ਹੈ, ਆਪਣੇ ਵਿੱਚ ਸਮਾ ਲੈਂਦਾ ਹੈ। ਹਉ ਵਾਰੀ ਜੀਓ ਵਾਰੀ, ਮੈਂ ਬਲਿਹਾਰੇ ਜਾਂਦਾ ਹਾਂ, ਬਾਰ ਬਾਰ ਬਲਿਹਾਰੇ ਜਾਂਦਾ ਹਾਂ ਤੇਰੇ ਤੋਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਕਿਹਨਾਂ ਤੋਂ ਬਲਿਹਾਰੇ ਜਾਂਦਾ? ਗੁਰੂ ਵੀ। ਗੁਰੂ ਵੀ ਉਹਨਾਂ ਸਿੱਖਾਂ ਤੋਂ, ਉਹਨਾਂ ਭਗਤਾਂ ਤੋਂ ਪਰਮੇਸ਼ਰ ਬਲਿਹਾਰੇ ਜਾਂਦਾ ਹੈ ਜਿਹੜੇ ਉਹਦੇ ਰੰਗ ਵਿੱਚ ਰੰਗੇ ਹੋਏ। ਕਿੰਨੀ ਆਫਰ ਦਿੰਦਾ ਗੁਰੂ, ਮੇਰੀ ਬਾਂਦੀ ਭਗਤ ਛਡਾਵੇ, ਬੰਧ ਹੈ ਭਗਤ ਨਾ ਛੂਟੈ ਮੋਹੇ। ਕਹਿੰਦੇ ਜਿਨ੍ਹਾਂ ਨੂੰ ਮੈਂ ਸਜ਼ਾ ਦਿੱਤੀ ਹੋਵੇ, ਭਗਤਾਂ ਦੀ ਸਿਫਾਰਿਸ਼ ਨਾਲ ਮੈਂ ਛੱਡ ਦਿੰਦਾ। ਕਈ ਵਾਰੀ ਆਪਾਂ ਅਰਦਾਸ ਬੇਨਤੀ ਕਰਾਉਂਦੇ ਹਾਂ ਰੱਬ ਦੇ ਪਿਆਰਿਆਂ ਤੋਂ, ਤਾਂ ਮਾਨੋ ਸਿਫਾਰਿਸ਼ ਹੁੰਦੀ ਹੈ, ਪਰ ਇਹਦਾ ਮਤਲਬ ਨਹੀਂ ਵੀ ਕਿ ਆਪ ਤਾਂ ਚੰਗੇ ਕੰਮ ਨਾ ਕਰੋ ਅਤੇ ਸਿਫਾਰਿਸ਼ਾਂ ਪਵਾ ਕੇ ਛੁੱਟ ਜਾਓ। ਇਹ ਗੱਲ ਨਹੀਂ ਬਣਦੀ, ਖੁਦ ਨੂੰ ਵੀ ਬਦਲਣਾ ਚਾਹੀਦਾ। ਤੋ ਮੇਰੀ ਬਾਂਦੀ ਭਗਤ ਛਡਾਵੇ, ਮੇਰੇ ਬੰਨਿਆ ਹੋਇਆਂ ਨੂੰ ਭਗਤ ਛਡਾ ਸਕਦੇ ਹੈ। ਬੰਧ ਹੈ ਭਗਤ ਨਾ ਛੂਟੈ ਮੋਹੇ, ਪਰ ਭਗਤਾਂ ਦੇ ਬੰਨਿਆਂ ਨੂੰ ਮੈਂ ਨਹੀਂ ਛਡਾ ਸਕਦਾ। ਏਕ ਸਮੇਂ ਮੋਕੋ ਗਹਿ ਬਾਂਧੇ, ਤੌਫਨ ਮੋਪੈ ਜਵਾਬ ਨਾ ਹੋਏ। ਜੇ ਕਿਤੇ ਮੈਨੂੰ ਵੀ ਕਹਿ ਦੇਣ ਕਿ ਬਹਿ ਜਾਓ ਮਹਾਰਾਜ ਹਜੇ ਨਹੀਂ ਜਾਣਾਗਾ, ਮੈਨੂੰ ਵੀ ਪ੍ਰੇਮ ਦੀਆਂ ਰੱਸੀਆਂ ਪਾ ਕੇ ਬੰਨ੍ਹ ਲੈਣ ਅਤੇ ਮੈਂ ਵੀ ਉੱਠ ਕੇ ਜਾ ਨਹੀਂ ਸਕਦਾਗਾ, ਛੁੱਟ ਨਹੀਂ ਸਕਦਾ, ਉਹਨਾਂ ਭਗਤਾਂ ਦੇ ਪਿਆਰ 'ਚੋਂ ਨਿਕਲ ਨਹੀਂ ਸਕਦਾ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਐਸੇ ਭਾਈ ਮਰਦਾਨਾ ਜੀ ਜਿਹੜੇ ਰੱਬ ਦੇ ਰੰਗ ਵਿੱਚ ਰੰਗੇ ਹੁੰਦੇ ਆ, ਉਹ ਰੱਬ ਦੀ ਦਰਗਾਹ ਵਿੱਚ ਜਾ ਕੇ ਆਨੰਦ ਮਾਣਦੇ ਆ। ਸੱਚੀ ਦਰਗਾਹ ਮਹਿਲ ਬੁਲਾਏ, ਸੱਚੇ ਦੀਨ ਦਿਆਲ ਮੇਰੇ ਸਾਹਿਬਾ, ਸੱਚੇ ਮਨ ਪਤੀ ਆਵਣਿਆ। ਹਉ ਵਾਰੀ ਜੀਓ ਵਾਰੀ, ਸ਼ਬਦ ਸੁਹਾਵਣਿਆ, ਮੈਂ ਬਲਿਹਾਰੇ ਜਾਂਦਾ ਹਾਂ।
ਬਾਰ ਬਾਰ ਬਲਿਹਾਰੇ ਜਾਂਦਾ ਹਾਂ ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦਾ ਸ਼ਬਦ ਵਸ ਗਿਆ। ਤੋ ਸ਼ਬਦ ਦੇ ਨਾਲ ਜੁੜ ਕਰਕੇ ਆਪਣੇ ਆਪ ਨੂੰ ਹੋਰ ਵੀ ਸੋਹਣਾ ਬਣਾ ਲਿਆ। ਭਰੀਐ ਮਤ ਪਾਪਾਂ ਕੈ ਸੰਗੋ ਧੋਪੈ, ਨਾਵੈ ਕੇ ਰੰਗ। ਨਾਮ ਸ਼ਬਦ ਹੀ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਕੋਈ। ਇਹੋ ਹੀ ਮੰਤਰ ਹੈ ਜਿਹੜਾ ਸਾਡੇ ਅੰਦਰਲੀਆਂ ਮੈਲਾਂ ਨੂੰ ਕੱਢਣ ਦੇ ਲਈ ਸਮਰੱਥ ਹੈ। ਇਸ ਕਰਕੇ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਕੋਈ। ਵਾਹਿਗੁਰੂ ਮੰਤਰ ਨੂੰ ਜਪਿਆਂ ਜੀਵ ਆਪਣੇ ਆਪ ਨੂੰ ਸਾਫ਼ ਕਰਦਾ, ਜਿਵੇਂ ਸਾਬਣ ਅਤੇ ਪਾਣੀ ਨਾਲ ਅਸੀਂ ਕੱਪੜੇ ਜਾਂ ਸਰੀਰ ਨੂੰ ਸਾਫ਼ ਕਰਦੇ ਹਾਂ। ਹਉ ਵਾਰੀ ਜੀਓ ਵਾਰੀ ਸ਼ਬਦ ਸੁਹਾਵਣਿਆ, ਮੈਂ ਬਲਿਹਾਰੇ ਜਾਵਾਂ ਉਹਨਾਂ ਤੋਂ ਜਿਨ੍ਹਾਂ ਨੇ ਸ਼ਬਦ ਦੀ ਸਾਬਣ ਨੂੰ ਵਰਤਿਆ। ਸਾਬਣ ਲਾਵਾਂਗੇ ਤਾਂ ਸਫਾਈ ਹੋਊਗੀ ਨਾ, ਜੇ ਨਾਮ ਜਪਾਂਗੇ ਤਾਂ ਸਫਾਈ ਹੋਊਗੀ। ਇਸ ਕਰਕੇ ਜਿਨ੍ਹਾਂ ਨੇ ਸ਼ਬਦ ਨੂੰ ਆਪਣੇ ਅੰਦਰ ਰੱਖਣਾ ਕੀਤਾ, ਜਿਨ੍ਹਾਂ ਨੇ ਸ਼ਬਦ ਦੇ ਨਾਲ ਮਤ ਨੂੰ ਸਾਫ਼ ਕੀਤਾ, ਜਿਨ੍ਹਾਂ ਨੇ ਸ਼ਬਦ ਦਾ ਆਪਣੇ ਹਿਰਦੇ 'ਤੇ ਸ਼ਿੰਗਾਰ ਕੀਤਾ। ਗੁਰੂ ਸਾਹਿਬ ਦੇ ਇਹ ਸ਼ਬਦ ਦੇ ਕਿੰਨੇ ਰੂਪ ਦਈਏ ਆਪਾਂ ਸ਼ਬਦ ਨੂੰ। ਸ਼ਬਦ ਦੇ ਬਹੁਤ ਰੂਪ ਹੈ, ਪਰਮੇਸ਼ਰ ਦੇ ਬੜੇ ਰੂਪ ਹੈ। ਜਿਵੇਂ ਗੁਰੂ ਸਾਹਿਬ ਬਚਨ ਕਰਦੇ ਆ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ। ਗੁਰਦੇਵ ਮਾਂ ਵੀ ਹੈ, ਗੁਰਦੇਵ ਪਿਓ ਵੀ ਹੈ, ਗੁਰਦੇਵ ਉਸਤਾਦ ਵੀ ਹੈ, ਗੁਰੂ ਵੀ ਹੈ, ਗੁਰਦੇਵ ਪਰਮੇਸ਼ਰ ਵੀ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਇਹ ਗੁਰਦੇਵ ਜਿਹੜਾ ਹੈ ਇਹ ਪਰਮੇਸ਼ਰ ਵੀ ਹੈ। ਤਿਸ ਜੇਵੜ ਅਵਰ ਨਾ ਕੋਈ, ਸ਼ਬਦ ਦੇ ਬਰਾਬਰ ਕੋਈ ਨਹੀਂ ਹੈ, ਸਭ ਇਸ ਤੋਂ ਥੱਲੇ ਹੈ। ਤੇ ਪਾਤਸ਼ਾਹ ਕਹਿੰਦੇ ਇਹਦੋਂ ਉੱਤੇ ਵੀ ਕੋਈ ਹੈ, ਤੇ ਕਹਿੰਦੇ ਹਾਂ ਇਹਦੋਂ ਉੱਤੇ ਉਹ ਹੈ ਜਿਨ੍ਹਾਂ ਨੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ। ਹਉ ਵਾਰੀ ਜੀਓ ਵਾਰੀ ਸ਼ਬਦ ਸੁਹਾਵਣਿਆ, ਅੰਮ੍ਰਿਤ ਨਾਮ ਸਦਾ ਸੁਖ ਦਾਤਾ। ਗੱਲ ਚੱਲੀ ਨਾ ਬਈ ਮਹਾਰਾਜੇ ਹਰੀ ਦਾ ਨਾਮ ਕਿੰਨਾ ਕੁ ਮਿੱਠਾ ਹੈ। ਤੇ ਬਾਬਾ ਜੀ ਯੂਪੀ ਦੇ ਵਿੱਚ ਉਹ ਰੀਠਿਆਂ ਦੇ ਦਰਖਤ ਹੇਠਾਂ ਬੈਠੇ ਆ, ਕਹਿੰਦੇ ਮਰਦਾਨਿਆ ਇੰਨਾ ਮਿੱਠਾ ਹੈ, ਇੰਨਾ ਮਿੱਠਾ ਹੈ ਕਿ ਇਹ ਰੀਠਿਆਂ ਨੂੰ ਵੀ ਮਿੱਠੇ ਕਰ ਦੇਵੇ। ਸ਼ਕਲ ਹੈ ਜੇ ਭੁੱਖ ਲੱਗੀ ਹੈ ਤਾਂ ਕਹਿੰਦੇ ਜਦੋਂ ਮਰਦਾਨੇ ਨੇ ਉਹ ਖਾਣੇ ਕੀਤੇ ਤੇ ਉਹ ਬੜੇ ਸਵਾਦ ਲੱਗੇ, ਬੜੇ ਮਿੱਠੇ ਲੱਗੇ, ਕਮਾਲ ਹੋ ਗਈ। ਇਹ ਹਰੀ ਦਾ ਨਾਮ ਕੌੜੇ ਰੀਠਿਆਂ ਨੂੰ ਮਿੱਠੇ ਕਰ ਸਕਦਾ ਹੈ, ਜੇ ਬੰਦਾ ਜਪੇ ਤੇ ਇਹਨੂੰ ਵੀ ਮਿੱਠਾ ਕਰ ਸਕਦਾ ਹੈ। ਕਿਉਂਕਿ ਪਰਮੇਸ਼ਰ ਆਪ ਵੀ ਮਿੱਠਾ ਹੈ, ਉਹਦਾ ਅੰਮ੍ਰਿਤ ਵੀ ਮਿੱਠਾ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰੀ। ਉਹ ਸਾਡੇ ਔਗਣਾਂ ਨੂੰ ਚਿਤਾਰਦਾ ਵੀ ਨਹੀਂ, ਯਾਦ ਵੀ ਨਹੀਂ ਕਰਾਉਂਦਾ ਕਿ ਤੂੰ ਇੰਨੀਆਂ ਗਲਤੀਆਂ ਕਰਦਾ। ਜੋ ਸ਼ਰਨੇ ਆਵੈ ਤਿਸ ਕੰਠ ਲਗਾਵੈ, ਇਹ ਬਿਰਧ ਸੁਆਮੀ ਸੰਦਾ ਉਹਨਾਂ ਨੂੰ ਆਪਣੇ ਗਲੇ ਲਾ ਲੈਂਦਾ ਹੈ। ਇਹ ਮਾਲਕ ਦਾ ਸੁਭਾਅ ਹੈ, ਬਿਰਧ ਹੈ। ਇਸ ਕਰਕੇ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਅੰਮ੍ਰਿਤ ਨਾਮ ਸਦਾ ਸੁਖ ਦਾਤਾ। ਭਾਈ ਮਰਦਾਨਿਆ ਉਹ ਪਰਮੇਸ਼ਰ ਦਾ ਨਾਮ ਬਹੁਤ ਮਿੱਠਾ ਹੈ। ਅੰਮ੍ਰਿਤ ਦਾ ਇੱਕ ਅਰਥ ਹੈ ਬਹੁਤ ਮਿੱਠਾ ਹੈ, ਅੰਮ੍ਰਿਤ ਦਾ ਦੂਸਰਾ ਅਰਥ ਹੈ ਕਿ ਉਹ ਪਰਮੇਸ਼ਰ ਦਾ ਨਾਮ ਮਿਰਤੂ ਤੋਂ ਬਾਹਰ ਕੱਢਣ ਵਾਲਾ ਵੀ ਹੈ, ਜੰਮਣ ਮਰਨ ਚੋਂ ਕੱਢਣ ਵਾਲਾ ਹੈ। ਪਰਮੇਸ਼ਰ ਦੇ ਨਾਮ ਦੇ ਬੇਅੰਤ ਅਰਥ ਕੀਤੇ ਜਾ ਸਕਦੇ ਹਨ। ਤਾਂ ਪ੍ਰੀਤਮ ਜੀ ਕਹਿੰਦੇ ਅੰਮ੍ਰਿਤ ਨਾਮ ਸਦਾ ਸੁਖ ਦਾਤਾ। ਇਸ ਅੰਮ੍ਰਿਤਮਈ ਮਿੱਠੇ ਨਾਮ ਨੂੰ ਗੁਰਮਤਿ ਮਨ ਵਸਾਵਣਿਆ ਰਹਾਉ। ਗੁਰੂ ਦੀ ਮੱਤ ਲੈ ਕੇ ਆਓ, ਇਸ ਹਰੀ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਣਾ ਕਰੀਏ। ਰਹਾਉ ਨਾ ਕੋ ਮੇਰਾ ਹਉ ਕਿਸ ਕੇਰਾ, ਸਾਡਾ ਦੁਨੀਆ ਵਿੱਚ ਕੋਈ ਨਹੀਂ, ਅਸੀਂ ਕਿਸੇ ਦੇ ਨਹੀਂ। ਭਾਵ ਸੁੱਖ ਵੇਲੇ ਸਾਰੇ ਨੇੜੇ ਹੁੰਦੇ ਆ, ਦੁੱਖ ਵੇਲੇ ਕੋਈ ਨਹੀਂ ਖੜਦਾ ਪਰਮੇਸ਼ਰ ਤੋਂ ਬਿਨਾਂ। ਇਸ ਕਰਕੇ ਗੁਰੂ ਨਾਨਕ ਦੇਵ ਜੀ ਕਹਿੰਦੇ ਮਰਦਾਨਿਆਂ ਇੱਥੇ ਦੁਨੀਆ ਵਿੱਚ ਕੋਈ ਕਿਸੇ ਦਾ ਨਹੀਂ, ਸਭ ਠੱਗੋ ਠੱਗੀ ਦਾ ਮੇਲਾ ਹੈ।
तो मरदाना जी कहने महाराज ठगया कौन जाऊगा? पातशाह कहने जिहड़ा विसर गया वो ठगया जाऊगा। कहो सतनाम, जिहड़ा विसर गया वो ठगया जाऊगा। इस करके दुनिया भी साडा कोई नहीं, ना को मेरा हों किस केरा, ना मैं किसे दा ना मेरा कोई। साचा ठाकुर त्रै भवन मेरा, फिर साडा कौन है? उत्थे जोगियां ने जिस वेले गुरुआं दे नाल अड़िक्का लाया, जिस वेले धन गुरु नानक देव जी गुरुद्वारा साहिब नानक मत्ता साहिब जाके बैठे तो जोगियां ने कहा कि ये साडा थां है, साडे गोरखनाथ दा वसाया होया डेरा ये। बाबा जी कहते ना भाई धरती नूं पुछ लो ये धरती किहदी है। तो जोगियां ने की कीता उत्थे, कहते एक बच्चे नूं एक टोहा पट्टिया धरती विच, उत्ते कच्ची छत पाई, कान्या जांदी रात नूं हनेरे च भी पता ना लगे तड़के नूं इत्थे कोई बैठा। थोड़ा बहुता थां रखता किसी पासियों साह आउण नूं, वो बच्चे नूं विच बिठा ता। तड़के गल चली, जोगी कहते जी पुछ लो धरती नूं किहदी आ। बाबा जी कहते पुछ लो, तुसीं पुछो। जोगी कहते धरती है किहदी आ। वो बच्चा जिहड़ा विच बैठा सी वो बोलिया गोरख मत्ता, मैं गोरख दी धरती, ये गोरख मत्ता है, मैं गोरख दी धरती हाँ। कहने वेखिया धरती भी कहती है ये गोरख मत्ता है, मैं गोरख दी धरती हाँ। पातशाह कहने एक बारी होर पुछ लो। जोगी फिर कहते गोरख मत्ता, हाँ जोगी फिर कहते बोल धरती है किहदी आ। वो बच्चा विच बैठा कहना गोरख मत्ता, गोरख दी धरती। बाबा कहने एक बारी होर पुछ लो। जो तीजी बार पूछया तो बच्चा तीजी बार फिर बोलिया ना, बाबा जी कहने वो हजे बोलन जोगा हैगा ही आ। बाबा कहने हुण पुछोगा। जब फिर पूछया तो फिर वो बच्चा बोलिया ही नहीं गा। फिर घबरा गए भी किते मर ना गया होवे। फिर सतगुरां दे सामने उन्होंने वो छत पट्टी कच्ची जी, विचों जवाक कढ़िया जो बेहोश हो गया सीगा, बोलना ही बंद करता उसका। तो अखीर गुरु प्यारिओ जोगियां ने माफ़ी मंगी। एक तो उन्होंने गलती सामने आ गई, चलाकी। फिर माफ़ी मंगते हैं। फिर उत्थे बाबे नानक जी ने उस इलाके का नाम नानक मत्ता रख दिता सीगा। जोगियां नूं ज्ञान बख्शिया सी। कोई जो सतगुरु पातशाह कोई धरतियां ते कब्जा नहीं करते फिरते, सारी धरती उन्हां दी है। पर असल विच उत्थे जोगी जिहड़े सन वो आप हुदरियां कर रहे सन, उन्होंने इस करके ज्ञान देने वास्ते उत्थे गए सी। ते उत्थे सतगुरां ने एक दिन उन्होंने रीठे मिठे करके खवाए। तो एक दिन गुरु प्यारे वो कहते फिर बह गए, कहते भुख लगी है। और बैठे किस तरह जिवें कोई बहुत बुढ़े होण ते मूँह दे विच दंद भी ना होण, एक भी दंद नहीं मूँह विच। कहने कोई इहो जिहा भोजन खवाओ महाराज, साडे दंद भी है नहीं गे। अच्छा मरदानिया ते हावल तैयार करो। फिर खंड पानी ते आटा ये वस्तुआं प्राप्त करके लै करके कहते सतगुरां दे सेवकां ने भाई मरदाना जी होरां ने कड़ाह प्रशाद तैयार कराया। कड़ाह प्रशाद तैयार करके कहते वंड मरदाने इन्हां नूं, वो जिन्हां दे दंद है नहीं सी उन्हां नूं भी देता। कहते लो छको, दंदां की लोड़ ही नहीं पई, सीधा टप गया। असल च प्रशाद ही वो है जिन्हों बच्चा भी खा ले तो बुढ़ा भी खा ले। कहो सतनाम। तो गुरु नानक के घर में इसे करके ऐसा प्रशाद तैयार किया गया जिसनों एक दिन के बच्चे नूं भी खवाया जा सकता है। वो तो भी कृपा करूगा। 100 साल का बुढ़ा जिहदे दंद निकल गए हुण वो भी खा सकता है। इनू कहते हैं प्रशाद। इसे करके कहा रिओड़ी प्रशाद नहीं, रिओड़ी ना बुढ़ा खा सकता ना बच्चा खा सकता, क्योंकि सख्त होंदी है। खैर सतगुरु पातशाह जी कहने भाई मरदाना जी नो, कहते मरदाने अपना इत्थे कोई नहीं, अपना केवल परमेश्वर है, परमेश्वर ही कृपा करेगा। ना को मेरा हो किस केरा, साचा ठाकुर त्रै भवन मेरा। हौ मैं कर कर जाए कनेरी कर अवगण पछोतावनिया। इत्थे दुनिया विच बड़े आए ते हंकार करके चले गए।
ਇਸੇ ਵਿਸ਼ੇ 'ਤੇ ਨਾਮਦੇਵ ਦੀ ਕਹਾਣੀ ਯਾਦ ਆਈ। ਕਹਿੰਦੇ ਇੱਕ ਵਾਰ ਉਹ ਕਿਤੇ ਯਾਤਰਾ ਤੋਂ ਗਏ, ਵਾਪਸ ਆਏ ਤਾਂ ਕੀ ਵੇਖਦੇ ਆ, ਜਿੱਥੇ ਉਹਨਾਂ ਦਾ ਥਾਂ ਸੀ ਨਾ, ਉਸ ਥਾਂ ਦੇ ਵਿੱਚ ਗਵਾਂਢੀ ਨੇ ਆਪਣਾ ਥਾਂ ਸਿੱਧਾ ਕਰਨ ਵਾਸਤੇ ਉਹਨਾਂ ਦੇ ਥਾਂ ਵਿੱਚੋਂ ਥਾਂ ਕੱਟ ਕੇ ਨਾਲ ਜੋੜ ਲਏ, ਕੰਧ ਕੱਢ ਲਈ, ਨਿਉਆਂ ਪੱਟ ਲਈਆਂ, ਨਿਉਆਂ ਭਰ ਲਈਆਂ। ਭਗਤ ਨਾਮਦੇਵ ਜੀ ਕਹਿੰਦੇ ਭਾਈ ਆਹ ਕੀ ਕੀਤਾ ਤੂੰ? ਆ ਸਾਡਾ ਘਰ ਤੇਡਾ ਕਰਤਾ, ਆਪ ਦਾ ਸਿੱਧਾ ਕਰ ਲਿਆ ਨਿਉਆਂ ਪੱਟ ਕੇ। ਉਹ ਬੰਦਾ ਬੜਾ ਹੰਕਾਰੀ ਸੀ, ਕਹਿੰਦਾ ਜਾ ਕਰ ਲਾ, ਕੀ ਕਰ ਲੇਗਾ, ਲਿਆ ਜੀ ਨੂੰ ਲਿਆਉਣਾ, ਜਿਵੇਂ ਹੰਕਾਰੀ ਬੰਦਾ ਬੋਲਦਾ ਹੁੰਦਾ। ਕਹਿੰਦਾ ਲਿਆ ਜੀ ਨੂੰ ਲਿਆਉਣਾ, ਹਉ ਮੈਂ ਕਰ ਕਰ ਜਾਏ ਕਨੇਰੀ, ਕਰ ਅਵਗਣ ਪਛੋਤਾਵਣਿਆ, ਅਖੀਰ ਪਛਤਾਉਂਦੀ ਆ ਫਿਰ ਗਲਤੀਆਂ ਕਰਕੇ। ਭਗਤ ਜੀ ਕਹਿੰਦੇ ਸਾਡਾ ਤਾਂ ਕੋਈ ਨਹੀਂ ਹੈਗਾ, ਨਾ ਕੋ ਮੇਰਾ ਹਉ ਕਿਸ ਕੇਰਾ, ਕੇਵਲ ਪਰਮੇਸ਼ਰ ਹੀ ਸਾਡਾ ਹੈ। ਉੱਥੇ ਸ਼ਬਦ ਉਚਾਰਿਆ ਭਗਤ ਜੀ ਨੇ ਵੀ, ਗਹਿਰੀ ਕਰਕੇ ਨੀਂਵ ਖੁਦਾਈ, ਗਹਿਰੀ ਕਰਕੇ ਨੀਂਵ ਖੁਦਾਈ, ਉੱਪਰ ਮੰਡਪ ਛਾਏ, ਉੱਤੇ ਮਹਿਲ ਕੋਠੀ ਪਾ ਲਈ, ਡੂੰਘੀਆਂ ਨਿਉਆਂ ਪੱਟ ਕੇ। ਗਹਿਰੀ ਕਰਕੇ ਨੀਂਵ ਖੁਦਾਈ, ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋਦ ਘਾਈ। ਕਹਿੰਦੇ ਭਲਿਆ ਮਾਰ ਕੰਡਾ ਰਿਸ਼ੀ ਹੋਇਆ, ਉਦੋਂ ਵੱਡਾ ਕਿਹੜਾ ਹੋ ਸਕਦਾ, ਲੱਖ ਸਾਲ ਦੀ ਉਮਰ ਸੀ ਉਹਦੀ। ਜਿਨ ਤ੍ਰਿਣਤਰ ਮੂੰਡ ਬੁਲਾਏ, ਜਿਹਨੇ ਘਰ ਵੀ ਨਹੀਂ ਪਾਇਆ, ਸਿਰ 'ਤੇ ਖਿੱਪ ਰੱਖ ਕੇ ਹੀ ਸਮਾਂ ਲੰਘਾ ਗਿਆ। ਖਿੱਪ ਹੁੰਦਾ ਹੈ ਘਾਹ ਫੂਸ ਨੂੰ ਇਕੱਠਾ ਜਿਹਾ ਕਰਕੇ ਪਲੇਟ ਜੀ ਬਣਾ ਕੇ ਸਿਰ 'ਤੇ ਰੱਖ ਲੈਣਾ ਸੂਰਜ ਦੀ ਧੁੱਪ ਲੱਗਣ ਤੋਂ। ਕਹਿੰਦੇ ਉਹਨੇ ਸਿਰ 'ਤੇ ਖਿੱਪ ਹੀ ਰੱਖ ਲਿਆ ਸੀਗਾ, ਉਹਦੇ ਨਾਲ ਟਾਈਮ ਟਪਾ ਗਿਆ, ਅਤੇ ਤੂੰ ਸਾਡਾ ਥਾਂ ਵੀ ਨੱਪ ਕੇ ਕੋਠੀ ਪਾ ਲਈ, ਬਿਲਡਿੰਗ ਪਾ ਲਈ, ਮਹਿਲ ਪਾ ਲਿਆ। ਉਹ ਕਹਿੰਦਾ ਜਾ ਲਿਆ ਜਿਹਨੂੰ ਲਿਆਉਣਾ, ਮੈਂ ਤਾਂ ਪਾਊਂਗਾ। ਗਹਿਰੀ ਕਰਕੇ ਨੀਂਵ ਖੁਦਾਈ, ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋਦ ਘਾਈ, ਜਿਨ ਤ੍ਰਿਣਤਰ ਮੂੰਡ ਬੁਲਾਏ। ਭਗਤ ਜੀ ਵੀ ਕਹਿੰਦੇ ਹਮਰੋ ਕਰਤਾ ਰਾਮ ਸਨੇਹੀ, ਸਾਡਾ ਤਾਂ ਰਾਮ ਹੀ ਆ। ਕਾਹੇ ਰੇ ਨਰ ਗਰਭ ਕਰਤਾ ਹੋ, ਬਿਨਸ ਜਾਏ ਝੂਠੀ ਦੇਹੀ, ਤੇਰੇ ਵਰਗੇ ਹੀ ਮੇਰੀ ਮੇਰੀ ਕਹਿਰੋਂ ਕਰਤੇ ਦੁਰਯੋਧਨ ਸਹਿ ਭਾਈ। ਦੁਰਯੋਧਨ ਵਰਗੇ ਕੌਰਵਾਂ ਦੇ 100 ਪੁੱਤਰ, 100 ਭਰਾ ਸੀ ਦੁਰਯੋਧਨ ਹੋਰੀ, ਉਹ ਵੀ ਮੇਰੀ ਮੇਰੀ ਕਰਦੇ ਸੀ, ਪਾਂਡਵਾਂ ਦਾ ਰਾਜ ਨੱਪ ਲਿਆ ਇਸ ਤੇਰੇ ਵਾਂਗੂ। ਕਹਿੰਦੇ ਸੀ ਅਸੀਂ, ਕ੍ਰਿਸ਼ਨ ਜੀ ਨੇ ਕਿਹਾ ਕਿ ਇਹਨਾਂ ਨੂੰ 5 ਪਿੰਡ ਦੇ ਦਿਓ, ਉਹ ਕਹਿੰਦੇ 5 ਪਿੰਡ ਤਾਂ ਕੀ, ਸੂਏ ਦੇ ਨੱਕੇ ਜਿਹਨੇ ਥਾਂ ਵੀ ਨਹੀਂ ਦਿੰਦਾ। ਤਾਂ ਕ੍ਰਿਸ਼ਨ ਜੀ ਕਹਿੰਦੇ ਫਿਰ ਤਾਂ ਜੰਗ ਕਰਨੇ ਪੈਣਾ। ਤਾਂ ਉਹ ਜਿਨ੍ਹਾਂ ਦੇ 100 ਭਰਾ ਸੀ ਦੁਰਯੋਧਨ ਦੇ, ਮੇਰੀ ਮੇਰੀ ਕਹਿਰੋਂ ਕਰਤੇ ਦੁਰਯੋਧਨ ਸਹਿ ਭਾਈ। 12 ਯੋਜਨ ਛਤਰ ਚਲੇ ਥਾ, 1 ਯੋਜਨ 4 ਕੋਹ ਦਾ, 12 ਚੌਕੇ 48। ਦਿੱਲੀ ਦੇ ਸੈਂਟਰ 'ਚੋਂ ਲੈ ਕੇ 48 ਕੋਹ ਤੱਕ ਉਹਦਾ ਰਾਜ ਚੱਲਦਾ ਸੀ, 4 ਛਪੇਰੇ। 12 ਯੋਜਨ ਛਤਰ ਚਲੇ ਥਾ, ਦੇਹੀ ਗਿਰਜਨ ਖਾਈ, ਤੇ ਅਖੀਰ ਉਹਦਾ ਹਸ਼ਰ ਕੀ ਹੋਇਆ, ਸਭ ਖਤਮ ਹੋ ਗਿਆ। ਰਾਜ ਵੀ ਖਤਮ ਹੋ ਗਿਆ, ਭਰਾ ਵੀ ਖਤਮ ਹੋ ਗਏ, ਖੁਦ ਵੀ ਖਤਮ ਹੋ ਗਿਆ। ਔਰ ਇੰਨਾ ਕਤਲੇਆਮ ਹੋਇਆ ਕੁਰਸ਼ੇਤਰ ਦੇ ਵਿੱਚ ਕਿ ਮਾਸ ਇੰਨਾ ਹੋ ਗਿਆ, ਉੱਥੇ ਮਾਸਪੁਰੀ ਬਣ ਗਈ ਆ। ਦਿੱਲੀ ਤੋਂ, ਹਸਤਨਾਪੁਰੀ ਤੋਂ ਮਾਸਪੁਰੀ ਬਣ ਗਈ ਆ। ਦਿੱਲੀ ਦਾ ਪਹਿਲਾਂ ਹਸਤਨਾਪੁਰੀ ਹੈ, ਮਾਸਪੁਰੀ ਬਣ ਗਈ ਆ। ਅਤੇ ਇੰਨਾ ਮਾਸ ਹੋ ਗਿਆ ਕਿ ਗਿਰਜਾ ਨੇ ਵੀ ਨਹੀਂ ਖਾਧਾ। ਕਹੋ ਸਤਨਾਮ ਸ੍ਰੀ। ਮਾਸ ਖਾਣ ਵਾਲੇ ਪਸ਼ੂਆਂ ਤੋਂ ਵੀ ਖਾਧਾ ਨਹੀਂ ਗਿਆ। ਦੂਜਾ ਅਰਥ ਇਹ ਵੀ ਹੈ ਕਿ ਇਹ ਐਸਾ ਬਜਰੀ ਬੰਦਾ ਹੋ ਚੁੱਕਿਆ ਸੀ ਦੁਰਯੋਧਨ ਕਿ ਇਹਦੇ ਮਾਸ ਨੂੰ ਗਿਰਜਾ ਨੇ ਨਹੀਂ ਖਾਧਾ, ਸਰੀਰ ਪੱਥਰ ਬਣ ਗਿਆ ਸੀ। ਖੈਰ, ਇਹ ਕਹਿਣ ਵਾਸਤੇ ਇੱਕ ਮੁਹਾਵਰਾ ਹੁੰਦਾ, ਫਲਾਨਾ ਤਾਂ ਪੱਥਰ ਦਿਲ ਹੋ ਗਿਆ। ਦਿਲ ਪੱਥਰ ਨਹੀਂ ਹੋ ਜਾਂਦਾ, ਮਤਲਬ ਪੱਥਰ ਦਿਲ ਹੋ ਗਿਆ ਕਿ ਪਾਂਡਵਾਂ ਨੂੰ ਇੱਕ ਪਿੰਡ ਦੇਣ ਦਾ ਵੀ ਇਸ ਨੇ ਜਵਾਬ ਦੇ ਦਿੱਤਾ। ਇਹਨੂੰ ਕਹਿੰਦੇ ਪੱਥਰ ਦਿਲ। ਅੱਜ ਜਿਵੇਂ ਸਰਕਾਰਾਂ ਕਿਸਾਨਾਂ ਦੇ ਲਈ ਪੱਥਰ ਦਿਲ ਹੋਈਆਂ 8 ਮਹੀਨਿਆਂ ਤੋਂ ਬੈਠੇ ਆ। ਜੇ ਦਿਲ ਉਹਨਾਂ ਦਾ ਧੜਕਦਾ ਹੁੰਦਾ ਤੇ ਕਿਸਾਨਾਂ ਨੂੰ ਪੁੱਛਦੇ ਆ ਕੇ ਵੀ ਦੱਸੋ ਕੀ ਗੱਲ ਹੈ, ਕਿਉਂ ਬੈਠੇ ਹੋ ਇੱਥੇ। ਕਹੋ ਸਤਨਾਮ। ਇਹਨੂੰ ਕਹਿੰਦੇ ਪੱਥਰ ਹੋਣਾ। ਭਾਵ ਪਸ਼ੂਆਂ ਨੇ, ਜਾਨਵਰਾਂ ਨੇ ਦੁਰਯੋਧਨ ਦਾ ਮਾਸ ਵੀ ਨਹੀਂ ਖਾਧਾ। ਇੰਨਾ ਮਾੜਾ ਬੰਦਾ ਹੋ ਚੁੱਕਿਆ ਸੀ ਉਹ। ਜਿਸ ਤਰ੍ਹਾਂ ਬਾਬਾ ਨਾਨਕ ਜੀ ਜੰਗਲ 'ਚ ਬੈਠੇ ਆ, ਕੀ ਵੇਖਦੇ, ਇੱਕ ਬਘਿਆੜ ਆਇਆ, ਉਹਨੇ ਮਾਸ ਖਾਣਾ ਸੀ। ਇੱਕ ਮੁਰਦਾ ਪਿਆ, ਸਰੀਰ ਪਿਆ ਮੁਰਦੇ ਦਾ।
ਮਨੁੱਖ ਦਾ ਸਰੀਰ ਪਿਆ ਮਰੇ ਹੋਏ ਦਾ। ਉਸ ਨੇ ਆ ਕੇ ਉਹਨੂੰ ਖਾਣ ਦੇ ਲਈ ਸੁੰਘਣਾ ਸ਼ੁਰੂ ਕੀਤਾ। ਉਹਦੇ ਪੈਰ ਸੁੰਘੇ, ਹੱਥ ਸੁੰਘੇ, ਮੱਥਾ ਸੁੰਘਿਆ, ਕੰਨ ਸੁੰਘੇ, ਅੱਖਾਂ ਸੁੰਘੀਆਂ, ਛਾਤੀ ਤੋਂ ਸੁੰਘਿਆ, ਸਿਰ ਜਾ ਮਾਰ ਕੇ ਤੁਰ ਗਿਆ। ਭਾਈ ਮਰਦਾਨਾ ਜੀ ਕਹਿੰਦੇ ਜੀ ਇਹ ਮਾਸ ਖਾਣ ਵਾਲਾ ਜਾਨਵਰ ਹੈ, ਇਹਨੂੰ ਭੁੱਖ ਲੱਗੀ ਹੋਊਗੀ, ਇਹਨੇ ਮਾਸ ਖਾਧਾ ਕਿਉਂ ਨਹੀਂ? ਇਹ ਬੰਦੇ ਦਾ ਮਾਸ ਪਿਆ ਸੀ। ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਮਰਦਾਨਿਆ ਅਸਲ ਵਿੱਚ ਇਸ ਨੇ ਪਹਿਲਾਂ ਚੈੱਕ ਕੀਤਾ ਵੀ ਇਹ ਖਾਣ ਯੋਗ ਹੈ ਵੀ ਕਿ ਨਹੀਂ। ਮਹਾਰਾਜ ਕਿਵੇਂ ਚੈੱਕ ਕੀਤਾ? ਕਹਿੰਦੇ ਇਹਨੇ ਸੁੰਘਿਆ ਕਿ ਇਹ ਪੈਰਾਂ ਨਾਲ ਕਦੇ ਸਤਸੰਗ ਗਿਆ, ਕਦੇ ਅੱਖਾਂ ਨਾਲ ਦਰਸ਼ਨ ਕੀਤੇ, ਕਦੇ ਹੱਥਾਂ ਨਾਲ ਸੇਵਾ ਕੀਤੀ, ਕਿ ਇਹਦੇ ਹਿਰਦੇ 'ਚ ਕੋਈ ਰੱਬ ਦੇ ਨਾਮ ਦੀ ਰੇਸ਼ਮ ਹੈ, ਤ੍ਰਿਉਤੀ ਹੈ, ਕੋਈ ਨਾਮ ਜਪਿਆ ਇਹਨੇ ਕਿ ਨਹੀਂ ਜਪਿਆ। ਜਦ ਵੇਖਿਆ ਕਿ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ, ਇਹਨੇ ਕੁਛ ਵੀ ਨਹੀਂ ਕੀਤਾ ਜ਼ਿੰਦਗੀ ਵਿੱਚ, ਉਹ ਇਹਨਾਂ ਮਾਸ ਵੀ ਨਹੀਂ ਖਾ ਕੇ ਗਿਆ। ਐਸਾ ਹੀ ਕੌਰੋਂ ਦਾ, ਦੁਰਯੋਧਨ ਦਾ ਮਾਸ ਹੋ ਗਿਆ ਕਿ ਗਿਰਜਾ ਨੇ ਉਹਦਾ ਮਾਸ ਵੀ ਨਹੀਂ ਖਾਧਾ, ਇੰਨਾ ਮਾੜਾ ਬੰਦਾ ਸੀ ਉਹ। ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸਹਿ ਭਾਈ, 12 ਜੋਜਨ ਛਤਰ ਚਲੇ ਥਾ ਦੇਹੀ ਗਿਰਜਨ ਖਾਈ, ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਿਕਾਈ। ਤੂੰ ਰਾਵਣ ਤੋਂ ਵੱਡਾ ਤਾਂ ਨਹੀਂ ਹੈਗਾ, ਜਿਹਦਾ ਸਿਉਣੇ ਦੇ ਕਿਲੇ ਸੀ, ਸਿਉਣੇ ਦੀ ਲੰਕਾ ਸੀ ਸਾਰੀ, ਤੇ ਉਹਦੇ ਘਰ ਦੇ ਵਿੱਚ ਅੱਜ ਕੋਈ ਦੀਵਾ ਜਗਾਉਣ ਵਾਲਾ ਨਹੀਂ ਬਚਿਆ। ਬਾਬਾ ਨਾਨਕ ਜੀ ਵੀ ਉੱਥੇ, ਕਿਉਂਕਿ ਜੋਗੀਆਂ ਦੇ ਨਾਲ ਗੱਲਬਾਤ ਹੋ ਰਹੀ ਹੈ, ਜੋਗੀ ਉੱਥੇ ਜਿੱਦ ਕਰ ਰਹੇ ਨੇ। ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਮਰਦਾਨਿਆ ਇੱਥੇ ਆਪਣਾ ਕੋਈ ਨਹੀਂਗਾ, ਨਾ ਕੋ ਮੇਰਾ ਹਉ ਕਿਸ ਕੇਰਾ, ਹਾਂ ਇੱਕ ਹੈ ਸਾਡਾ ਸਾਚਾ ਠਾਕੁਰ ਤ੍ਰਿਭਵਨ ਮੇਰਾ, ਤਿੰਨਾਂ ਲੋਕਾਂ ਦਾ ਮਾਲਕ ਸਾਡਾ ਹੈ, ਉਹ ਸਾਡੇ ਨਾਲ ਹੈ। ਇਹੋ ਜਿਹੇ ਜੋਗੀਆਂ ਵਰਗੇ ਹਉਮੈ ਕਰ ਕਰ ਜਾਏ ਕਨੇਰੀ, ਕਰ ਅਵਗਨ ਪਛੋਤਾਵਣਿਆ, ਪਰ ਮਗਰੋਂ ਪਛਤਾਉਣਾ ਪੈਂਦਾ, ਯਾਦ ਰੱਖਿਓ। ਉਹਨਾਂ ਜੋਗੀਆਂ ਨੇ ਜਦੋਂ ਦੁਬਾਰਾ ਫਿਰ ਹਮਲਾ ਕਰਕੇ ਉਹ ਪਿੱਪਲ ਜੀ ਥੱਲੇ ਬਾਬਾ ਜੀ ਬੈਠੇ ਸਨ, ਅੱਗ ਲਾ ਦਿੱਤੀ। ਛੇਵੇਂ ਪਾਤਸ਼ਾਹ ਜੀ ਫਿਰ ਅੰਮ੍ਰਿਤਸਰ ਸਾਹਿਬ ਤੋਂ ਚੱਲੇ। ਪਰਿਵਾਰ ਜਿਹੜਾ ਸੀਗਾ ਉਹ ਉਹਨਾਂ ਦੇ ਸਾਧੂ ਦੇ ਪਿੰਡ ਚਲਿਆ ਗਿਆ, ਤੇ ਆਪ ਜੀ ਫੌਜ ਨੂੰ ਲੈ ਕੇ ਸਿੱਧੇ ਯੂਪੀ ਗਏ, ਜਿੱਥੇ ਸਿੱਖ ਆਜ਼ਾਦ ਕਰ ਰਿਹਾ ਸੀਗਾ, ਤੇ ਜਾ ਕੇ ਉਹਨਾਂ ਜੋਗੀਆਂ ਤੋਂ ਫਿਰ ਉਹ ਜਗ੍ਹਾ ਨੂੰ ਛਡਾਇਆ, ਸਿੱਖੀ ਕਾਇਮ ਕੀਤੀ, ਔਰ ਉਸ ਪਿੱਪਲ ਨੂੰ ਵੀ ਚੰਦਨ ਦੇ ਛਿੱਟੇ ਮਾਰ ਕੇ ਦੁਬਾਰਾ ਹਰਾ ਕੀਤਾ। ਅੱਜ ਵੀ ਉਹਦੇ ਨਵੇਂ ਪੱਤਿਆਂ 'ਤੇ ਚੰਦਨ ਦੇ ਛਿੱਟੇ ਲੱਗੇ ਨਿਕਲਦੇ ਆ। ਆਮ ਪਿੱਪਲਾਂ ਦੇ ਪੱਤੇ ਹਰੇ ਹੁੰਦੇ ਆ, ਪਰ ਉਹਦੇ ਪੱਤਿਆਂ 'ਤੇ ਅੱਜ ਵੀ ਲਾਲ ਰੰਗ ਦੇ ਟਿਮਕਣੇ ਦਾਗ ਜੇ ਲੱਗੇ ਦਿਖਾਈ ਦੇਣਗੇ, ਤੇ ਅੱਜ ਵੀ ਉਹ ਨਿਸ਼ਾਨੀ ਉੱਥੇ ਹੈ। ਕਹਿਣ ਤੋਂ ਭਾਵ ਹੈ ਗੁਰੂ ਸਾਹਿਬ ਜੀ ਕਹਿੰਦੇ ਉਹ ਪਰਮੇਸ਼ਰ ਜਦੋਂ ਉਸ ਦੀ ਸੋਟੀ ਚੱਲਦੀ ਹੈ, ਖੜਕਾ ਤਾਂ ਘੱਟ ਕਰਦੀ ਹੈ, ਪਰ ਪੀੜ ਬਹੁਤ ਲਾਉਂਦੀ ਹੈ। ਜਦ ਉਹਦੀ ਚੱਕੀ ਚੱਲਦੀ ਹੈ, ਪੀਸਦਾ ਬੜੀ ਬਰੀਕ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਦੁਨੀਆ ਵਿੱਚ ਬਹੁਤ ਆਏ ਹੰਕਾਰ ਕਰਨ ਵਾਲੇ, ਅਖੀਰ ਪਛਤਾਉਂਦੇ ਗਏ। ਹੁਕਮ ਪਛਾਣੈ ਸੋ ਹਰ ਗੁਣ ਬਖਾਣੈ, ਜਿਹੜਾ ਦੁਨੀਆ ਵਿੱਚ ਆ ਕੇ ਉਸ ਪਰਮੇਸ਼ਰ ਦੇ ਹੁਕਮ ਨੂੰ ਪਛਾਣ ਲੈਂਦਾ, ਉਹ ਹਰੀ ਦੇ ਗੁਣਾਂ ਨੂੰ ਗਾਉਂਦਾ ਹੈ। ਗੁਰ ਕੈ ਸ਼ਬਦ ਨਾਮ ਨਿਸ਼ਾਨੈ, ਉਹ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਰੱਖਦਾ, ਨਿਸ਼ਾਨ ਹੁੰਦਾ ਪਾਸ। ਜਿਵੇਂ ਤੁਹਾਡੇ ਗੱਡੀਆਂ ਦੇ ਕਾਗਜ਼ ਬਣੇ ਹੈ, ਇਸੇ ਤਰ੍ਹਾਂ ਹੀ ਦਰਗਾਹ ਦੇ ਵਿੱਚ ਜਾਣ ਵੇਲੇ ਰੂਹ ਦੇ ਕੋਲੇ ਕੋਈ ਪਾਸ ਹੋਣਾ ਚਾਹੀਦਾ, ਉਹ ਹੈ ਨਾਮ ਦਾ ਨਿਸ਼ਾਨੀ, ਨਾਮ ਦਾ ਪਾਸ। ਤੇ ਜਿਨ੍ਹਾਂ ਦੇ ਕੋਲ ਨਾਮ ਦਾ ਪਾਸ ਹੈ ਉਹਨਾਂ ਨੂੰ ਧਰਮਰਾਜ ਕੀ ਕਹਿੰਦਾ ਹੈ? ਧਰਮ ਰਾਏ ਐਸੇ ਚਵੈ ਕੀਤੋ ਭਵਨ ਪਨੀਤ। ਉਹਨਾਂ ਨੂੰ ਭਰਾ ਦੇ ਜਨਕ ਵਰਗਿਆਂ ਨੂੰ ਹੱਥ ਬੰਨ੍ਹ ਕੇ ਕਹਿੰਦਾ ਬੜੀ ਕਿਰਪਾ ਕੀਤੀ, ਸਾਡਾ ਘਰ ਵੀ ਪਵਿੱਤਰ ਕਰਤਾ। ਧਰਮਰਾਜ ਕਹਿੰਦਾ ਮਹਾਰਾਜ ਤੁਸੀਂ ਤਾਂ ਨਾਨਕ ਦੇ ਹੋ, ਪਰਮੇਸ਼ਰ ਦੇ ਭਗਤ ਹੋ, ਤੁਸੀਂ ਜਾਓ, ਤੁਹਾਡਾ ਇੱਧਰ ਕੋਈ ਕੰਮ ਨਹੀਂ ਨਰਕਾਂ ਵਾਲੇ ਪਾਸੇ। ਪਰ ਰਾਜਾ ਜਨਕ ਜਾਣ ਬੁੱਝ ਕੇ ਚਲਿਆ ਗਿਆ। ਜਦ ਕਹਿੰਦੇ ਰਾਜਾ ਜਨਕ ਜੀ ਉੱਥੇ ਗਏ, ਉਹਨਾਂ ਦੀ ਭਗਤੀ ਦਾ ਔਰਾ, ਉਹਨਾਂ ਦਾ ਜੋ ਭਗਤੀ ਦਾ ਪ੍ਰਤਾਪ ਕਹਿ ਦਿਓ। ਔਰਾ ਕੀ ਹੁੰਦਾ? ਜਿਵੇਂ ਫੋਟੋ ਦੇ ਮਗਰ ਪ੍ਰਕਾਸ਼ ਦਾ ਚੱਕਰ ਵੇਖਦੇ ਹੋ, ਇਹ ਭਗਤੀ ਦਾ ਪ੍ਰਤਾਪ ਹੁੰਦਾ। ਕਹਿੰਦੇ ਜਦੋਂ ਉਸ ਇਲਾਕੇ 'ਚ ਗਏ ਜਿੱਥੇ ਧਰਮਰਾਜ ਨੇ ਨਰਕਾਂ ਵਿੱਚ ਜੀਵਾਂ ਨੂੰ ਸਿੱਟਿਆ ਹੋਇਆ, ਜੀਵ ਕੁਰਲਾ ਰਹੇ ਨੇ,
ਭਗਤ ਜੀ ਦੇ ਪ੍ਰਤਾਪ ਕਰਕੇ ਉਹਨਾਂ ਜੀਵਾਂ ਨੂੰ ਸ਼ਾਂਤੀ ਆ ਗਈ, ਚੁੱਪ ਕਰ ਗਏ, ਰੋਣਾ ਬਿਲਕਣਾ ਬੰਦ ਹੋ ਗਿਆ, ਦਰਦ ਬੰਦ ਹੋ ਗਿਆ, ਪੀੜ ਖਤਮ ਹੋ ਗਈ, ਨਰਕਾਂ ਦਾ ਦੁੱਖ ਘਟ ਗਿਆ। ਧਰਮਰਾਜ ਵੇਖਦਾ ਇਹ ਕੀ ਹੋ ਗਿਆ, ਇਹ ਚੁੱਪ ਕਿਵੇਂ ਕਰ ਗਏ, ਸਜ਼ਾ ਦਿੱਤੀ ਜਾ ਰਹੀ ਹੈ। ਪਤਾ ਲੱਗਿਆ ਵੀ ਆ ਭਗਤ ਜੀ ਇੱਧਰ ਆ ਗਏ। ਮਹਾਰਾਜ ਤੁਸੀਂ ਇੱਧਰ ਕਿਵੇਂ? ਕਹਿੰਦੇ ਮੈਂ ਤਾਂ ਵੈਸੇ ਹੀ ਆ ਗਿਆ ਵੀ ਚੱਲ ਦੇਖਦੇ ਆ ਨਰਕਾਂ ਵਾਲੇ ਪਾਸੇ ਕੀ ਹੋ ਰਿਹਾ ਹੈ, ਤੂੰ ਇਹ ਜੀਵ ਕਿਉਂ ਕੁਰਲਾ ਰਹੇ ਆ? ਕਹਿੰਦਾ ਇਹਨਾਂ ਨੇ ਪਾਪ ਕੀਤੇ ਹੈ, ਇਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਪਰਮੇਸ਼ਰ ਦੇ ਹੁਕਮ ਅੰਦਰ। ਹੁਣ ਪਰਮੇਸ਼ਰ ਦੇ ਪਿਆਰੇ ਦਇਆਵਾਨ ਹੁੰਦੇ ਆ, ਉਹ ਕਹਿੰਦੇ ਇਹਨਾਂ ਨੂੰ ਛੱਡ ਦੇ ਯਾਰ, ਹੁਣ ਬਹੁਤ ਚਿਰ ਹੋ ਗਿਆ। ਉਹ ਕਹਿੰਦਾ ਨਾ ਨਾ, ਮੇਰੇ ਉੱਤੇ ਵੀ ਕਿਸੇ ਦਾ ਹੁਕਮ ਚੱਲਦਾ ਹੈ, ਮੈਂ ਛੱਡ ਨਹੀਂ ਸਕਦਾ। ਭਗਤ ਜੀ ਕਹਿੰਦੇ ਕੋਈ ਗੱਲ ਨਹੀਂ, ਤੂੰ ਪਰਮੇਸ਼ਰ ਨੂੰ ਪੁੱਛ ਲੈ ਜਿਨ੍ਹਾਂ ਦਾ ਹੁਕਮ ਹੈ, ਜਾ ਕੇ ਦੱਸ ਦੇ। ਅੱਜ ਤੁਹਾਡਾ ਭਗਤ ਨੇ ਬੇਨਤੀ ਕੀਤੀ ਆ, ਤੇ ਜਾਂ ਧਰਮਰਾਜ ਨੇ ਕਹਿੰਦੇ ਪਰਮੇਸ਼ਰ ਨੂੰ ਕਿਹਾ ਮਹਾਰਾਜ ਆ ਤੁਹਾਡਾ ਭਗਤ ਕਹਿੰਦਾ ਛੱਡ ਦਿਓ। ਪਰਮੇਸ਼ਰ ਜੀ ਕਹਿੰਦੇ ਛੱਡ ਦੇ ਭਾਈ, ਮੇਰੀ ਬਾਂਦੀ ਭਗਤ ਛਡਾਵੇ, ਬੰਧ ਹੈ ਭਗਤ ਨਾ ਛੂਟੈ ਮੋਹੇ, ਇੱਕ ਸਮੇਂ ਮੋਹ ਕੋ ਕਹਿ ਬਾਂਧੇ ਤਉ ਫੁਨ ਮੋਹ ਪੈ ਜਵਾਬ ਨਾ ਹੋਏ। ਛੱਡ ਦੇ ਭਾਈ। ਕਹਿੰਦੇ ਮਹਾਰਾਜ ਫਿਰ ਮੈਂ ਕੀ ਕਰੂੰਗਾ? ਕਹਿੰਦੇ ਕੋਈ ਨਹੀਂ, ਕਲਯੁਗ ਆਵੇਗਾ, ਭਾਵੇਂ 18 ਦੇ 36 ਕੁੰਭੀ ਨਰਕ ਭਰਨੀ, ਸਾਰੇ ਲੋਕਾਂ ਨੇ ਪਾਪ ਹੀ ਕਰਨੇ ਆ। ਆਉਣ ਵਾਲਾ ਸਮਾਂ ਬੜਾ ਭਿਆਨਕ ਆ ਰਿਹਾ ਤੇ ਅੱਜ ਆਪਾਂ ਦੇਖ ਰਹੇ ਹਾਂ ਕੈਸੇ ਕੈਸੇ ਲੋਕਾਂ ਦੇ ਜੀਵਨ ਹੈ। ਪ੍ਰੀਤਮ ਜੀ ਕਹਿੰਦੇ ਹੁਕਮ ਪਛਾਣੈ ਸੋ ਹਰ ਗੁਣ ਬਖਾਣੈ, ਗੁਰ ਕੈ ਸ਼ਬਦ ਨਾਮ ਨਿਸ਼ਾਨੈ। ਜਿਨ੍ਹਾਂ ਦੇ ਕੋਲੇ ਨਾਮ ਦਾ ਪਾਸ ਹੁੰਦਾ ਹੈ, ਜਿਨ੍ਹਾਂ ਕੋਲੇ ਨਾਮ ਹੁੰਦਾ, ਜਿਨ੍ਹਾਂ ਦੀ ਸੁਰਤ ਕੋਲੇ ਨਾਮ ਦਾ ਪਾਸ ਹੁੰਦਾ, ਕਿਉਂਕਿ ਸਾਡੀ ਜੀਵ ਆਤਮਾ ਦੇ ਨਾਲ ਸੂਖਮ ਪਰਮੇਸ਼ਰ ਦਾ ਨਾਮ ਹੀ ਜਾਣਾ, ਹੋਰ ਸਭ ਇੱਥੇ ਰਹਿ ਜਾਣਾ। ਚੂਹਾ ਖੱਡ ਨ ਮਾਵੇ ਤਿੱਕਲ ਬੰਨ੍ਹੈ ਛੱਜ, ਜੇ ਚੂਹਾ ਪੂਛ ਦੇ ਨਾਲ ਛੱਜ ਬੰਨ੍ਹ ਲਵੇ ਫਿਰ ਕਹੇ ਮੈਂ ਖੱਡ ਦੇ ਵਿੱਚ ਵੜਨਾ, ਫਿਰ ਕਿਵੇਂ ਵੜੂਗਾ? ਜਾਂ ਤਾਂ ਉਹ ਵੜ ਨਹੀਂ ਸਕਦਾ, ਜਾਂ ਫਿਰ ਪੂਛ ਤੜਾਊਗਾ, ਜਾਂ ਫਿਰ ਪਿਆਰ ਨਾਲ ਪਹਿਲਾਂ ਛੱਜ ਖੋਲ੍ਹ ਦੇਵੇ। ਬੰਦੇ ਨੇ ਆਪਣੀ ਸੁਰਤ ਦੀ ਪੂਛ ਨਾਲ ਦੁਨੀਆ ਦਾ ਛੱਜ ਬੰਨਿਆ ਹੋਇਆ, ਫਿਰ ਕਿਵੇਂ ਰੱਬ ਦੇ ਵਿੱਚ ਜਾ ਕੇ ਪ੍ਰਵੇਸ਼ ਕਰੇ? ਇਸ ਕਰਕੇ ਪਾਤਸ਼ਾਹ ਜੀ ਨੇ ਚੂਹੇ ਦੀ ਉਦਾਹਰਨ ਦਿੱਤੀ ਹੈ ਇੱਥੇ। ਤਾਂ ਬਾਬਾ ਜੀ ਕਹਿੰਦੇ ਜਿਹੜੇ ਮਨਮੁਖਨ ਗੁਰ ਕੈ ਸ਼ਬਦ ਨਾਮ ਨਿਸ਼ਾਨੈ, ਸਭਨਾ ਕਾਦਰ ਲੇਖਾ ਸੱਚੈ। ਧਰਮਰਾਜ ਨੇ ਸਭ ਦਾ ਹਿਸਾਬ ਕਿਤਾਬ ਕਰਨਾ ਹੈ, ਲੇਖਾ ਲੈਣਾ ਹੈ। ਕਿਆ ਤਾਂ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਜਲ ਛੇਤੀ ਕਰ ਉੱਠ। ਮਹਾਰਾਜ ਅੱਜ ਦੀ ਰਾਤ ਤਾਂ ਹੋਰ ਕੱਟ ਲਓ, ਉਹ ਸਵਾਸ ਮੁੱਕ ਗਏ ਜਿੰਨੇ ਦਿੱਤੇ ਸੀ, ਖਤਮ ਹੈ। ਇੱਕ ਰਾਤ ਤਾਂ ਕੱਟ ਲਓ, ਅਬ ਕੀ ਰਾਤ ਸਰਾਏ ਗੁਜ਼ਾਰੋ, ਕੁਛ ਵੀ ਖਰਚ ਤੁਮਾਰਾ ਸਾਰੋ। ਜਿਵੇਂ ਲੋਕਾਂ ਨੂੰ ਰਿਸ਼ਵਤ ਦਿੰਦਾ ਸੀਗਾ, ਜਮਦੂਤਾਂ ਨੂੰ ਵੀ ਕਹਿੰਦਾ ਤੁਹਾਨੂੰ ਵੀ ਵਿੱਚ ਹਿੱਸਾ ਦੇ ਦੂੰਗਾ। ਕਹਿੰਦਾ ਕਾਹਦਾ? ਕਹਿੰਦਾ ਯਾਰ ਮੈਂ ਹਜੇ ਹਾਲਾ ਮਾਮਲਾ ਇਕੱਠਾ ਕਰਨਾ ਕਈ ਪਿੰਡਾਂ ਦਾ, ਹਾਂ ਵੇਖੋ ਭਰੀਆਂ ਪਈਆਂ ਥੈਲੀਆਂ, ਥੋੜ੍ਹੇ ਜਿਹੇ ਪਿੰਡ ਰਹਿ ਗਏ ਉਹ ਵੀ ਇਕੱਠੇ ਕਰ ਲਾ। ਕਹਿੰਦੇ ਨਾ ਇਹ ਕੰਮ ਹੈ ਨਾ ਉਹ ਕੰਮ ਦੇ ਆਪਣੇ। ਕਹਿੰਦੇ ਅੱਜ ਦੀ ਰਾਤ ਤਾਂ ਦੇ ਦਿਓ। ਕਹਿੰਦੇ ਬਿਲਕੁਲ ਨਹੀਂ, ਇੱਕ ਸਵਾਸ ਨਹੀਂ ਮਿਲਦਾ ਟਾਈਮ ਨਾਲ। ਚਲੋ ਸਿਤਾਬ ਦੀਵਾਨ ਬੁਲਾਇਆ, ਹਰ ਫਰਮਾਨ ਦਰਗਾਹ ਕਾ ਆਇਆ। ਧਰਮਰਾਜ ਨੇ ਸੱਦਿਆ, ਕਹਿੰਦਾ ਮੈਂ ਪੁੰਨਦਾਨ ਬੜੇ ਕੀਤੇ ਨੇ, ਪਰ ਧਰਮਰਾਜ ਕਹਿੰਦਾ ਪੁੰਨ ਦਾਨ ਜੋ ਬੀਜਦੇ ਸਭ ਧਰਮਰਾਏ ਕੇ ਜਾਈ। ਉਹਨਾਂ ਨੂੰ ਵੀ ਉੱਥੇ ਜਾਣਾ ਪੈਣਾ ਲੇਖਾ ਦੇਣ ਵਾਸਤੇ, ਫਿਰ ਛੁੱਟੇਗਾ ਕਿਵੇਂ? ਧਰਮਰਾਜ ਕਹਿੰਦੇ ਬਸ ਨਾਮ ਤੋਂ ਬਗੈਰ ਕੋਈ ਛੁੱਟਣ ਦਾ ਰਸਤਾ ਨਹੀਂ, ਨਾਮ ਦਾ ਪਾਸ ਹੋਣਾ ਚਾਹੀਦਾ ਤਾਂ ਮੈਂ ਛੱਡ ਸਕਦਾ। ਮੈਨੂੰ ਪਰਮੇਸ਼ਰ ਦਾ ਐਸਾ ਹੁਕਮ ਹੈ। ਗੁਰ ਕਾ ਸ਼ਬਦ ਨਾਮ ਨਿਸ਼ਾਨੈ, ਸਭਨਾ ਕਾਦਰ ਲੇਖਾ ਸੱਚੈ। ਛੋਟਸ ਨਾਮ ਸੁਹਾਵਣਿਆ। ਅੱਗੇ ਫਿਰ ਇੱਥੋਂ ਦਾ ਗੁਰਮੁਖ ਦੀ ਗੱਲ ਕੀਤੀ ਬਾਬਾ ਨਾਨਕ ਜੀ ਨੇ। ਇਹ ਸ਼ਬਦ ਯੂਪੀ ਦੇ ਵਿੱਚ ਉਚਾਰਨ ਕੀਤਾ, ਯੂਪੀ ਦੇ ਵਿੱਚ ਬੈਠ ਕਰਕੇ ਸ਼ਬਦ ਉਚਾਰਨ ਕੀਤਾ, ਜੋਗੀਆਂ ਨੂੰ ਗਿਆਨ ਦਿੰਦੇ ਹੋਏ। ਅੱਗੇ ਮਨਮੁਖਾਂ ਦੀ ਗੱਲ ਚੱਲਦੀ ਹੈ, ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਮਨਮੁਖ ਭੂਲਾ ਠੌਰ ਨਾ ਪਾਏ, ਜਮਦਰ ਬੱਧਾ ਚੋਟਾਂ ਖਾਏ। ਬਿਨ ਨਾਵੇ ਕੋ ਸੰਗਣ ਸਾਥੀ, ਮੁਕਤੇ ਨਾਮ ਤੇ ਆਵਣਿਆ। ਉੱਥੇ ਫਿਰ ਕੋਈ ਸੰਗੀ ਸਾਥੀ ਨਹੀਂ ਸੰਸਾਰੀ। ਇਹ ਸਭ ਇੱਥੋਂ ਤੱਕ ਹੀ ਹੈ। ਮਾਇਆ ਮਰਨ ਤੋਂ ਬਾਅਦ ਕਿਸੇ ਹੋਰ ਦੀ ਹੋ ਜੂਗੀ, ਸੰਪਤੀ ਕਿਸੇ ਹੋਰ ਦੀ ਹੋ ਜੂਗੀ। ਦੁਨੀਆ ਨੂੰ ਮਿੱਤਰ ਬਣਾਇਆ ਸੀਗਾ, ਉਹ ਸੰਸਕਾਰ 'ਤੇ ਜਾਣਗੇ, ਚਿਖਾ ਦੇ ਵਿੱਚ ਬਿਠਾਉਣਗੇ, ਰੱਖਣਗੇ, ਅੱਗ ਲਾਉਣਗੇ,
ਤੇ ਡੱਕੇ ਤੋੜ ਕੇ ਵੀ ਸਿੱਟ ਦੇਣਗੇ, ਤੇਰੀ ਤੇ ਸਾਡੀ ਟੁੱਟੀ, ਤੂੰ ਆਪਦੀ ਭੋਗ, ਅਸੀਂ ਚੱਲੇ ਆ ਘਰ ਨੂੰ। ਕੋ ਸਤਨਾਮ, ਨਾਲ ਕੋਈ ਨਹੀਂ ਜਾਂਦਾ। ਤੀਜਾ ਮਿੱਤਰ ਨਾਮ ਹੈ, ਜੇ ਜਪਿਆ ਹੋਇਆ ਤਾਂ ਜੀਵ ਦੇ ਨਾਲ ਜਾ ਕੇ ਧਰਮਰਾਜ ਤੋਂ ਛੁਡਾ ਸਕਦਾ ਹੈ। ਗੁਰੂ ਕਿਰਪਾ ਕਰਨ, ਆਪਾਂ ਵੀ ਗੁਰੂ ਵਾਲੇ ਬਣੀਏ, ਗੁਰੂ ਦੇ ਲੜ ਲੱਗੀਏ, ਰਹਿੰਦਾ ਜੀਵਨ ਗੁਰੂ ਵਾਲੇ ਬਣ ਕੇ ਬਤੀਤ ਕਰੀਏ। ਅੱਧਾ ਕੁ ਸ਼ਬਦ ਸੰਪੂਰਨ ਹੋਇਆ, 4 ਪਦੇ ਰਹਿੰਦੇ, 4 ਪਦੇ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਿਲਾਓ ਫਤਿਹ, ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ